ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਗੁਰੂ ਅਮਰਦਾਸ ਹਿਰਦੈ ਤਿਆਗੋ, ਗੁਰ ਹਿਰਦੈ ਤਿਆਗੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਗੁਰੂ ਅਰਜੁਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਗੁਰ ਤੇਗ ਬਹਾਦੁਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋ ਤਰਾ ਤਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ, ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਸ਼੍ਰੀ ਨਾਨਕ ਬਰਸ਼ੋਤਮੰ ਪਰਮ ਪਰਾਵਰ ਨਾਥ, ਯੁਗਲ ਚਰਨ ਮਮ ਬੰਦਨਾ, ਧਰ ਕਰ ਮਾਥ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਹਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਜੀ ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਸਰਬ ਸ਼੍ਰੋਮਣ ਖਾਲਸਾ, ਰਚਿਓ ਪੰਥ ਸੁਖਦਾਏ। ਇਕ ਬਿਨ ਗੰਦੇ ਧੂਮ ਤੇ, ਜਗ ਮੈਂ ਅਧਿਕ ਸੁਹਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦਾ ਆਨੰਦ ਮਾਣ ਰਹੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਜਿਨ ਕੇ ਭਾਗ ਵੱਡੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਜਿਨ੍ਹਾਂ ਦੇ ਵੱਡੇ ਭਾਗ ਨੇ ਉਹਨਾਂ ਨੂੰ ਪਾਤਸ਼ਾਹ ਕਿਰਪਾ ਕਰਦੇ ਨੇ। ਕਲਯੁਗ ਦੇ ਇਸ ਭਿਆਨਕ ਸਮੇਂ ਦੇ ਅੰਦਰ ਸਤਸੰਗਤ ਰੂਪੀ ਖੇਵਟ ਦੇ ਉੱਤੇ ਸਤਸੰਗਤ ਰੂਪੀ ਜਹਾਜ਼ ਤੇ ਚਾੜ ਕੇ ਭਵ ਸਾਗਰ ਤੋਂ ਪਾਰ ਉਤਾਰਦੇ ਨੇ। ਆਪ ਸਮੂਹ ਸਤਸੰਗਤ ਅਤਿਅੰਤ ਵਡਭਾਗੀ ਹੋ, ਜੋ ਸੰਧਿਆ ਦੇ ਦੀਵਾਨਾਂ ਦੇ ਅੰਦਰ ਰਹਿਰਾ ਸਾਹਿਬ ਦੇ ਪਾਠ ਉਪਰੰਤ ਗੁਰਬਾਣੀ ਦੇ ਕੀਰਤਨ ਤੇ ਫਿਰ ਦਰਬਾਰ ਦੀ ਮਰਿਆਦਾ ਅਨੁਸਾਰ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਜੀ ਦੀ ਕਥਾ, ਜੋ ਇਤਿਹਾਸ ਦੀ ਕਥਾ ਹੈ ਸਿੱਖ ਪੰਥ ਦੇ, ਉਹ ਸਰਵਣ ਕਰਨ ਦੇ ਲਈ ਦਰਬਾਰ ਦੇ ਵਿੱਚ ਇਕੱਤਰਿਤ ਹੁੰਦੇ ਹੋ। ਜਿਸਹਿ ਤੁਮ ਦਿਖਾਇਓ ਦਰਸ਼ਨ, ਸਾਧ ਸੰਗਤ ਕੈ ਪਾਛੇ। ਇਹ ਪਰਮਾਤਮਾ ਦਾ ਸਤਯੁਗ ਤੋਂ ਤ੍ਰੇਤੇ ਦੁਆਪਰ ਕਲਯੁਗ ਦੇ ਅੰਦਰ ਜਿਸ ਤਰ੍ਹਾਂ ਅਸੀਂ ਕਹਿ ਲਈਏ ਇੱਕ ਗੋਲਡਨ ਰੂਲ ਗੌਰਮੈਂਟ ਬਣਾ ਦਿੰਦੀ ਹੈ, ਉਸ ਨੂੰ ਸਾਰੇ ਫੋਲੋ ਕਰਦੇ ਨੇ। ਉਸੇ ਤਰ੍ਹਾਂ ਪਰਮਾਤਮਾ ਦਾ ਵੀ ਇੱਕ ਰੂਲ ਹੈ ਉਹਨੂੰ ਪ੍ਰਾਪਤੀ ਕਰਨ ਦਾ। ਜਿਸਹਿ ਤੁਮ ਦਿਖਾਇਓ ਦਰਸ਼ਨ, ਸਾਧ ਸੰਗਤ ਕੈ ਪਾਛੇ।
ਵੀ ਜਿਸ ਨੂੰ ਵੀ ਪ੍ਰਮਾਤਮਾ ਦੇ ਦਰਸ਼ਨ ਹੋਏ ਨੇ ਉਹ ਸਾਧ ਸੰਗਤ ਦੇ ਅੰਦਰ, ਸਾਧ ਸੰਗਤ ਦੀ ਕਿਰਪਾ ਦੇ ਨਾਲ ਵਿੱਚ ਬੈਠ ਕੇ, ਸਾਧ ਸੰਗਤ ਕਾ ਪਾਛੇ ਦਾ ਅਰਥ ਹੈ ਵੀ ਸਾਧ ਸੰਗਤ ਦੇ ਅੰਦਰ ਬੈਠ ਕੇ ਉਹਨਾਂ ਦੇ ਪਿੱਛੇ ਲੱਗ ਕੇ ਸਾਧ ਸੰਗਤ ਦੀ ਸੇਵਾ ਕਰਕੇ ਅੰਦਰ ਬਹਿ ਕੇ ਉਪਦੇਸ਼ ਸੁਣ ਕੇ ਹੋਏ ਨੇ। ਸਾਧ ਸੰਗਤ ਕਾ ਪੱਛ ਹੈ, ਜੋ ਸੰਗਤ ਦੇ ਅੰਦਰ ਦੱਸਿਆ ਜਾਂਦਾ ਸੀ ਉਹਨਾਂ ਦਾ ਲੜ ਫੜ ਕੇ, ਜਿਵੇਂ ਕਹਿੰਦੇ ਆ ਭਾਈ ਤੂੰ ਮੇਰੇ ਪਿੱਛੇ ਆ ਜਾ, ਤੂੰ ਮੈਨੂੰ ਫੋਲੋ ਕਰ ਲੈ। ਜੇ ਸਾਧ ਸੰਗਤ ਦੇ ਪਿੱਛੇ ਲੱਗਦੇ ਨੇ ਉਹਨਾਂ ਨੂੰ ਪ੍ਰਭੂ ਦੇ ਦਰਸ਼ਨ ਹੁੰਦੇ ਨੇ। ਤੇ ਹੁਣ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਸ਼ੁਰੂ ਹੋ ਰਹੀ ਹੈ। ਅਖੀਰਲਾ ਮੰਗਲ ਜੋ ਖਾਲਸੇ ਦਾ ਹੈ ਉਹ ਸਰਵਣ ਕਰਕੇ ਗੁਰੂ ਇਤਿਹਾਸ ਦੀ ਮਹਾਨ ਕਥਾ ਸਰਵਣ ਕਰੋ। ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰੀਏ ਤੇ ਆਖਣਾ ਕਰੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਰਬ ਸ਼੍ਰੋਮਣ ਖਾਲਸਾ, ਪੂਰਾ ਪੜ੍ਹ ਦਿਓ। ਰਚਿਓ ਪੰਥ ਸੁਖਦਾਏ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸਰਬ ਸ਼੍ਰੋਮਣ ਖਾਲਸਾ, ਪਾਤਸ਼ਾਹ ਨੇ ਇੱਕ ਜਗਤ ਦੇ ਉੱਤੇ ਰੀਤ ਚਲਾਈ। ਸਾਡੀ ਸਨਾਤਨ ਮਰਿਆਦਾ ਸੀਗੀ, ਜੋ ਰਿਸ਼ੀਆਂ ਮੁਨੀਆਂ ਦੀ ਮਰਿਆਦਾ ਸੀ। ਭਗਵਾਨ ਰਾਮ ਹੋ ਗਏ, ਭਗਵਾਨ ਕ੍ਰਿਸ਼ਨ ਜੀ ਹੋ ਗਏ, ਉਹਨਾਂ ਨੇ ਕਦੀ ਆਪਣੇ ਕੇਸ ਨਹੀਂ ਕਟਵਾਏ ਸੀਗੇ, ਉਹਨਾਂ ਨੇ ਕਦੀ ਕੇਸਾਂ ਦੀ ਬੇਅਦਬੀ ਨਹੀਂ ਕਰਵਾਈ ਸੀ। ਰਿਸ਼ੀ ਮੁਨੀਆਂ ਦੇ ਵੱਡੇ ਵੱਡੇ ਰਿਸ਼ੀ ਵਿਆਸ ਜੀ, ਰਿਸ਼ੀ ਮੁਨੀ ਅਗਸਤ ਜੀ, ਵਿਸ਼ਵਾਮਿੱਤਰ ਜੀ, ਮਹਾਨ ਰਿਸ਼ੀਆਂ ਦੀ ਮਰਿਆਦਾ ਰਹੀ ਹੈ। ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਪਵਿੱਤਰਤਾ ਰੱਖੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਖਾਲਸਾ ਪੰਥ ਸਾਜਿਆ ਤੇ ਕਲਗੀਧਰ ਪਾਤਸ਼ਾਹ ਨੇ ਵੀ ਉਸ ਮਰਿਆਦਾ ਨੂੰ ਅਲੋਪ ਨਹੀਂ ਹੋਣ ਦਿੱਤਾ। ਬਈ ਜਿਵੇਂ ਰਿਸ਼ੀ ਮੁਨੀਆਂ ਨੇ ਕੇਸ ਰੱਖੇ ਸੀ, ਲੰਬੇ ਵਾਲ ਰੱਖੇ ਸੀ, ਪਾਤਸ਼ਾਹ ਨੇ ਆਪਣੇ ਖਾਲਸੇ ਨੂੰ ਸਭ ਤੋਂ ਪਹਿਲੀ ਰਹਿਤ ਦਿੱਤੀ ਕਿ ਗੁਰੂ ਕਾ ਖਾਲਸਾ ਕੇਸ ਕਦੇ ਨਾ ਕਟਾਵੇ। ਤਾਂ ਹੀ ਤੇ ਉਹਨਾਂ ਨੇ ਆਪਣੇ ਤਖਤ ਦਾ ਨਾਮ ਵੀ ਰੱਖਿਆ ਸ਼੍ਰੀ ਕੇਸਗੜ੍ਹ ਸਾਹਿਬ। ਬਈ ਕੇਸਾਂ ਦੀ ਮਹਾਨਤਾ ਨੂੰ ਮੂਹਰੇ ਰੱਖਿਆ, ਪਹਿਲੇ ਰੱਖਿਆ, ਸਭ ਤੋਂ ਜ਼ਰੂਰੀ ਕੀਤਾ। ਬਈ ਪੁਰਾਤਨ ਰਿਸ਼ੀਆਂ ਮੁਨੀਆਂ ਦੀ ਮਰਿਆਦਾ ਅਲੋਪ ਨਹੀਂ ਹੋਣੀ ਚਾਹੀਦੀ। ਤੇ ਮਹਾਰਾਜ ਨੇ ਉਹਨੂੰ ਸਰਬ ਸ਼੍ਰੋਮਣ ਕਹਿ ਦਿੱਤਾ ਕਿ ਹੁਣ ਇਹ ਸਭ ਤੋਂ ਸ਼੍ਰੋਮਣੀ ਹੈ, ਸੁਪਰੀਮ ਹੈ, ਗ੍ਰੇਟਫੁਲ ਹੈ, ਪਾਵਰਫੁਲ ਹੈ। ਸਰਬ ਸ਼੍ਰੋਮਣ ਖਾਲਸਾ। ਹਾਂਜੀ ਅੱਗੇ ਪੜੋ ਜੀ। ਰਚਿਓ ਪੰਥ ਸੁਖਦਾਏ। ਤੇ ਉਸ ਖਾਲਸੇ ਨੇ ਇੱਕ ਪੰਥ ਰਚਿਆ ਜੋ ਸਾਰਿਆਂ ਨੂੰ ਸੁਖ ਦੇਣ ਵਾਲਾ ਸੀਗਾ। ਉਹ ਖਾਲਸਾ ਪੰਥ ਆਪਣੀ ਕਿਰਪਾਨ ਕਿਉਂ ਧਾਰਨ ਕਰਦਾ ਸੀਗਾ? ਗਊ ਤੇ ਗਰੀਬ ਦੀ ਰੱਖਿਆ ਲਈ, ਕਿਸੇ ਨੂੰ ਡਰਾਉਣ ਲਈ ਨਹੀਂ, ਕਿਸੇ ਦੇ ਉੱਤੇ ਜ਼ੁਲਮ ਕਰਨ ਦੇ ਲਈ ਨਹੀਂ। ਆਪਣੀ ਕਿਰਪਾਨ ਦਾ ਅਰਥ ਹੁੰਦਾ ਹੈ ਕਿਰਪਾ ਵਰਤਾਉਣੀ, ਸ਼ਸਤਰ ਦੇ ਨਾਲ ਕਿਸੇ ਗਰੀਬ ਦੀ ਰੱਖਿਆ ਕਰਨੀ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਸ਼ਸਤਰ ਖਾਲਸੇ ਨੂੰ ਪਵਾਏ, ਕੇਸ ਤਾਂ ਰਖਵਾਏ ਕਿ ਰਿਸ਼ੀ ਮੁਨੀਆਂ ਦੀ ਮਰਿਆਦਾ ਅਲੋਪ ਨਾ ਹੋਵੇ। ਜਿਸ ਤਰ੍ਹਾਂ ਦਾ ਪਰਮੇਸ਼ਵਰ ਨੇ ਸਰੂਪ ਦੱਸਿਆ ਗੁਰਬਾਣੀ ਦੇ ਅੰਦਰ, ਉਸੇ ਤਰ੍ਹਾਂ ਦਾ ਸਰੂਪ ਖਾਲਸੇ ਦਾ ਹੋਵੇ। ਸੋਹਣੇ ਨੱਕ ਜਿਨ ਲੰਮੜੇ ਵਾਲਾ, ਗੁਰਬਾਣੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸ਼ਬਦ ਹੈ, ਸੋਹਣੇ ਨੱਕ ਜਿਨ ਲੰਮੜੇ ਵਾਲਾ। ਉਸ ਪਰਮਾਤਮਾ ਦਾ ਸਰੂਪ ਕੈਸਾ ਹੈ? ਉਹਦਾ ਨੱਕ ਬਹੁਤ ਸੋਹਣਾ ਹੈ, ਉਹਦੇ ਵਾਲ ਬਹੁਤ ਲੰਬੇ ਨੇ। ਉਹੀ ਮਹਾਰਾਜ ਨੇ ਖਾਲਸੇ ਨੂੰ ਦਿੱਤੇ। ਅੱਜ ਕੁਝ ਅਗਿਆਨੀ ਲੋਕ ਕਰਦੇ ਵੀ ਨੇ ਮੀਡੀਆ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ, ਬਈ ਕੇਸਾਂ ਦੀ ਕੀ ਲੋੜ ਹੈ। ਖਾਲਸਾ ਜੀ ਕੇਸ ਤੇ ਇੱਕ ਬਹੁਤ ਜ਼ਰੂਰੀ ਅੰਗ ਨੇ ਸਿੱਖ ਦੇ। ਜੇ ਉਹ ਕੇਸ ਨਹੀਂ ਤੇ ਉਹ ਮੰਤਰ ਨਹੀਂ ਫੁਰਦੇ। ਜਿਵੇਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਪੁਰਾਤਨ ਰਿਸ਼ੀ ਮੁਨੀ ਕੇਸ ਕਿਉਂ ਨਹੀਂ ਕਟਾਉਂਦੇ ਸੀ? ਉਹਦੀ ਇੱਕ ਇੰਪੋਰਟੈਂਸ ਸੀਗੀ। ਉਹ ਇੰਪੋਰਟੈਂਸ ਕੀ ਸੀਗੀ? ਵੀ ਜਿਵੇਂ ਕੋਈ ਮੰਤਰ ਅਸੀਂ ਪੜ੍ਹਦੇ ਹਾਂ, ਉਹ ਮੰਤਰ ਤਾਂ ਕੰਪਲੀਟ ਹੁੰਦਾ ਹੈ, ਫੁਰਦਾ ਹੈ, ਉਸਦੀ એનર્ਜੀ ਤਾਂ ਬਾਡੀ ਅਬਜ਼ੌਰਬ ਕਰਦੀ ਹੈ ਮੰਤਰ ਦੀ। ਬਈ ਜੇ ਉਹ ਕੇਸ ਹੋਣ, ਜੇ ਕੇਸ ਨਾ ਹੋਣ ਤੇ ਪੜਿਆ ਹੋਇਆ ਮੰਤਰ ਪੂਰਾ ਪ੍ਰਭਾਵ ਨਹੀਂ ਛੱਡਦਾ। ਇਸ ਦੇ ਅੰਦਰ ਕਿਸੇ ਨੂੰ ਗੁੱਸਾ ਮੰਨਣ ਵਾਲੀ ਗੱਲ ਨਹੀਂ, ਇਹ ਸੱਚ ਹੈ। ਮਹਾਰਾਜ ਕਵੀ ਰਾਏ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ, ਸਰਬ ਸ਼੍ਰੋਮਣ ਖਾਲਸਾ ਰਚਿਓ ਪੰਥ ਸੁਖਦਾਏ, ਇੱਕ ਬਿਨ ਗੰਦੇ ਧੂਮ ਤੇ ਜਗ ਮੈਂ ਅਦਿਕ ਸੁਹਾਏ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਦੂਜੀ ਮਰਿਆਦਾ ਕੀ ਛੱਡੀ? ਕੇਸ ਨਹੀਂ ਕਟਾਉਣੇ ਤੇ ਦੂਸਰਾ ਤੰਬਾਕੂ ਦੀ ਵਰਤੋਂ ਨਹੀਂ ਕਰਨੀ।
ਤੰਬਾਕੂ ਕਦੇ ਨਹੀਂ ਖਾਣਾ ਖਾਲਸੇ ਨੇ, ਜਿਸ ਨੂੰ ਖਾਲਸਾ ਜਗਤ ਝੂਠ ਬੋਲਦਾ ਹੈ। ਸਿਗਰਟ ਜਿਸ ਨੂੰ ਅੱਜ ਆਮ ਜਗਤ ਦੇ ਅੰਦਰ ਕਿਹਾ ਜਾਂਦਾ ਹੈ, ਖਾਲਸਾ ਨਹੀਂ ਪੀਂਦਾ। ਉਹਦਾ ਇੱਕ ਕਾਰਨ ਸੀਗਾ ਵੀ ਖਾਲਸਾ ਕਿਉਂ ਨਹੀਂ ਪੀਂਦਾ। ਖਾਲਸਾ ਜੀ ਪੁਰਾਤਨ ਸ਼ਾਸਤਰਾਂ ਦੇ ਅੰਦਰ ਇੱਕ ਕਥਾ ਆਉਂਦੀ ਹੈ, ਉਹ ਕਥਾ ਬੜੀ ਸੁਣਨ ਵਾਲੀ ਹੈ। ਸਨਾਤਨ ਮਹਾਪੁਰਸ਼ਾਂ ਨੇ ਇਹ ਕਥਾ ਲਿਖੀ ਹੈ ਜੋ ਸੱਚ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅੱਗੇ ਕਥਾ ਆਏਗੀ 5ਵੀਂ ਰੁੱਤ ਦੇ ਅੰਦਰ। ਖਾਲਸਾ ਕਹੇਗਾ, ਮਹਾਰਾਜ ਵੀ ਤੰਬਾਕੂ ਤੁਸੀਂ ਕਿਉਂ ਡੱਕਿਆ ਹੈ? ਤੰਬਾਕੂ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਹੈ, ਤੁਸੀਂ ਖਾਲਸੇ ਨੂੰ ਕਿਉਂ ਮਨਾ ਕੀਤਾ ਹੈ? ਤੰਬਾਕੂ ਤੋਂ ਕਿਉਂ ਰੋਕਿਆ ਹੈ? ਮਹਾਰਾਜ ਉਹਦਾ ਉੱਤਰ ਦਿੰਦੇ ਨੇ, ਕਹਿੰਦੇ ਇੱਕ ਬਹੁਤ ਵੱਡਾ ਰਾਜਾ ਸੀ ਜਿਸ ਦਾ ਨਾਮ ਸੀ ਸਹੰਸਰ ਬਾਹੂ, ਤੇ ਇੱਕ ਰਿਸ਼ੀ ਸੀਗੇ ਜਿਨ੍ਹਾਂ ਦਾ ਨਾਮ ਸੀ ਜਗਦਮਨ, ਜਿਨ੍ਹਾਂ ਦੇ ਪੁੱਤਰ ਦਾ ਨਾਮ ਸੀ ਵਿਸ਼ਵਾਮਿੱਤਰ। ਆਪ ਸਾਰੇ ਜਾਣਦੇ ਹੋ। ਵਿਸ਼ਵਾਮਿੱਤਰ ਦੇ ਪਿਤਾ ਦਾ ਨਾਮ ਸੀ ਰਿਸ਼ੀ ਜਗਦਮਨ, ਬਹੁਤ ਭਾਰੀ ਰਿਸ਼ੀ ਹੋਏ ਨੇ। ਤੇ ਜਿਹੜੇ ਰਿਸ਼ੀ ਜਗਦਮਨ ਸੀਗੇ, ਉਹਨਾਂ ਦੇ ਘਰ ਸਹੰਸਰ ਬਾਹੂ ਉਹਨਾਂ ਦਾ ਸਾਂਢੂ ਲੱਗਦਾ ਸੀ। ਸਹੰਸਰ ਬਾਹੂ ਤੇ ਰਿਸ਼ੀ ਜਗਦਮਨ ਆਪਸ ਵਿੱਚ ਸਾਂਢੂ ਲੱਗਦੇ ਸੀ। ਜਿਹੜੇ ਰਾਜੇ ਹੁੰਦੇ ਨੇ, ਉਹਨਾਂ ਨੂੰ ਅਕਸਰ ਆਦਤ ਹੁੰਦੀ ਹੈ ਆਪਣੇ ਲਾਗਦਿਆਂ ਨੂੰ ਨੀਵਾਂ ਦਿਖਾਉਣ ਦੀ। ਉਹਨੇ ਆਪਣੀ ਘਰ ਦੀ ਨੂੰ ਕਿਹਾ, ਤੂੰ ਆਪਣੀ ਭੈਣ ਨੂੰ ਚਿੱਠੀ ਲਿਖ ਤੇ ਅਸੀਂ ਰਾਜੇ ਦੇ ਘਰ, ਰਿਸ਼ੀ ਜੀ ਦੇ ਘਰ ਸਾਰੀ ਫੌਜ ਇਕੱਠੀ ਹੋ ਕੇ ਪ੍ਰਸ਼ਾਦਾ ਛਕਣ ਜਾਵਾਂਗੇ। ਕਿਹਾ ਜੀ ਠੀਕ ਹੈ। ਚਿੱਠੀ ਲਿਖੀ ਗਈ। ਰਿਸ਼ੀ ਜਗਦਮਨ, ਰਿਸ਼ੀ ਮੁਨੀ ਕੋਈ ਘਰ ਆਵੇ ਤੇ ਉਹਦਾ ਵੈਲਕਮ ਕਰਦੇ ਨੇ, ਉਹਨੂੰ ਖੁਸ਼ੀ ਹੁੰਦੀ ਹੈ। ਤੇ ਰਿਸ਼ੀ ਜਗਦਮਨ ਆਪਣੀ ਕੁਟੀਆ ਦੇ ਅੰਦਰ ਰਹਿੰਦੇ ਸੀ। ਰਾਜਾ ਜਾਣ ਕੇ 5000 ਫੌਜ ਲਿਆਇਆ ਤੇ ਜਦੋਂ ਦੇਖਿਆ ਦੂਰੋਂ ਫੌਜ ਲਸ਼ਕਰ ਆ ਰਹੀ ਹੈ, ਰਿਸ਼ੀ ਜਗਦਮਨ ਬਹੁਤ ਪਹੁੰਚੇ ਹੋਏ ਰਿਸ਼ੀ ਸੀਗੇ। ਤੇ ਰਿਸ਼ੀ ਜਗਦਮਨ ਜੀ ਨੇ ਰਿਸ਼ੀ ਜਗਦਮਨ ਜੀ ਨੇ ਦੇਖਿਆ ਬਈ ਸਹੰਸਰ ਬਾਹੂ ਆ ਰਿਹਾ ਹੈ, ਤੇ ਉਹਨਾਂ ਨੇ ਇੰਦਰ ਨੂੰ ਬੇਨਤੀ ਕੀਤੀ, ਸਾਨੂੰ ਕਾਮਧੇਨ ਗਊ ਭੇਜ ਦੇ ਵੀ 5000 ਬਣੀ ਬਣਾਈ ਥਾਲੀਆਂ ਕਾਮਧੇਨ ਗਊ ਦੇ ਢਿੱਡ ਚੋਂ ਨਿਕਲਣ ਤੇ ਉਹ ਸਾਰੀ ਫੌਜ ਛਕ ਲਵੇ, ਨਾ ਸਾਨੂੰ ਕੋਈ ਬਣਾਉਣਾ ਪਵੇ। ਤੇ ਰਿਸ਼ੀ ਮੁਨੀਆਂ ਦੀ ਗੱਲ ਦੇਵਤੇ ਟਾਲਦੇ ਨਹੀਂ ਸੀ, ਤੇ ਇੰਦਰ ਦੇਵਤੇ ਨੇ ਗਊ ਦੇ ਦਿੱਤੀ। ਤੇ ਜਦੋਂ 5000 ਫੌਜ ਬੈਠ ਗਈ, ਗਾਂ ਦੇ ਢਿੱਡ ਚੋਂ 36 ਪ੍ਰਕਾਰ ਦੇ ਭੋਜਨ ਵਾਲੀ ਥਾਲੀ ਤਿਆਰ ਤਿਆਰ ਹੋ ਕੇ ਕਾਮਧੇਨ ਗਊ ਦੇ ਢਿੱਡ ਚੋਂ ਨਿਕਲੀ। ਸਹੰਸਰ ਬਾਹੂ ਦੇਖ ਕੇ ਹੈਰਾਨ ਹੋ ਗਿਆ। ਉਸਨੇ ਕਿਹਾ, ਦਿਖਾਣ ਤਾਂ ਮੈਂ ਨੀਵਾਂ ਆਇਆ ਸੀ ਜਗਦਮਨ ਨੂੰ, ਦਿਖਾਣ ਤਾਂ ਮੈਂ ਉਸਨੂੰ ਡਿਸਕਰੇਜ ਕਰਨ ਆਇਆ ਸੀ, ਉਸਨੂੰ ਐਮਬੈਰਸ ਕਰਨ ਆਇਆ ਸੀ, ਪਰ ਇੱਥੇ ਤਾਂ ਗੱਲ ਉਲਟੀ ਹੋ ਗਈ ਹੈ ਵੀ ਇਹ ਤੇ ਇਹਦੀ ਹੋਰ ਚੜ੍ਹਾਈ ਹੋ ਗਈ ਹੈ, ਮੇਰੀ ਫੌਜ ਜੈ ਜੈਕਾਰ ਕਰ ਰਹੀ ਹੈ ਜਗਦਮਨ ਦੀ। ਉਸਨੇ ਸੋਚਿਆ ਵੀ ਕੋਈ ਕਾਰਨ ਹੋਏਗਾ ਵੀ ਰਿਸ਼ੀ ਦੇ ਘਰ ਇੰਨਾ ਧਨ ਕਿੱਥੋਂ ਆ ਗਿਆ ਵੀ ਇਹ ਪ੍ਰਸ਼ਾਦਾ ਛਕਾ ਰਿਹਾ। ਰਿਸ਼ੀ ਮੁਨੀ ਜੀ ਦੀ ਕਮਾਈ ਸੀ ਬਹੁਤ। ਉਹ ਜਗਦਮਨ ਦੇ ਘਰ ਪਿੱਛੋਂ, ਜਿੱਥੋਂ ਰਸੋਈ ਘਰ ਪਾਕਸ਼ਾਲਾ ਸੀ, ਪਿੱਛੇ ਪਾਸੇ ਚਲਾ ਗਿਆ ਤੇ ਦੇਖਿਆ ਕਾਮਧੇਨ ਗਊ ਖੜੀ ਹੈ। ਰਾਜੇ ਨੇ ਕਿਹਾ, ਤੇ ਮੇਰੇ ਦਰਬਾਰ 'ਚ ਹੋਣੀ ਚਾਹੀਦੀ ਹੈ। ਰਾਜੇ ਲਾਲਚੀ ਹੁੰਦੇ ਨੇ ਵੀ ਇਹ ਵਧੀਆ ਚੀਜ਼ ਮੇਰੇ ਘਰ ਹੋਣੀ ਚਾਹੀਦੀ ਹੈ। ਰਾਜੇ ਨੇ ਜਦੋਂ ਇੰਨੀ ਗੱਲ ਕਹੀ ਤੇ ਉਸ ਜਗਦਮਨ ਰਿਸ਼ੀ ਨੂੰ ਪਤਾ ਲੱਗ ਗਿਆ ਵੀ ਮੈਂ ਤਾਂ ਉਧਾਰੀ ਮੰਗੀ ਗਾਂ ਹੈ ਤੇ ਇਹਦਾ ਮਨ ਮੈਲਾ ਹੋ ਗਿਆ। ਤੇ ਸਹੰਸਰ ਬਾਹੂ ਕਹਿੰਦਾ, ਗਾਂ ਮੇਰੇ ਰਾਜ ਦਰਬਾਰ 'ਚ ਚਾਹੀਦੀ ਹੈ। ਉਹਨਾਂ ਨੇ ਕਿਹਾ ਵੀ ਨਹੀਂ, ਇਹ ਤੁਹਾਨੂੰ ਨਹੀਂ ਮਿਲ ਸਕਦੀ, ਵੀ ਇਹ ਤਾਂ ਮੈਂ ਇੰਦਰ ਤੋਂ ਮੰਗ ਕੇ ਲਈ ਹੈ। ਤੇ ਉਹਨਾਂ ਨੇ ਆਪਣੀ ਸ਼ਕਤੀ ਦੇ ਨਾਲ ਉਸ ਕਾਮਧੇਨ ਗਊ ਨੂੰ ਆਕਾਸ਼ ਵੱਲ ਉਡਾਉਣ ਦੀ ਇੱਛਾ ਰੱਖੀ ਤੇ ਗਊ ਉਡਣ ਲੱਗ ਗਈ। ਹਜੇ ਅੱਧੇ ਰਾਹ ਸੀ, ਸਹੰਸਰ ਬਾਹੂ ਨੇ ਤੀਰ ਕੱਢਿਆ, ਚਿੱਲੇ ਤੇ ਚੜਾਇਆ ਤੇ ਗਾਂ ਦੇ ਨੂੰ ਮਾਰਨ ਦੇ ਲਈ ਵੀ ਜੇ ਮੇਰੀ ਨਹੀਂ ਤੇ ਕਿਸੇ ਦੀ ਵੀ ਨਹੀਂ, ਜੋ ਰਾਜਿਆਂ ਦੀ ਬਿਰਤੀ ਹੁੰਦੀ ਹੈ। ਤੇ ਉਹ ਗਾਂ ਦੇ ਖੁਰ 'ਚ ਜਾ ਕੇ, ਜਿੱਥੇ ਤੁਸੀਂ ਦੇਖਦੇ ਹੋ ਕਿ ਕਾਓ ਦੇ ਫੁੱਟ ਦੇ ਅੰਦਰ ਇੱਕ ਪਾਰਟੀਸ਼ਨ ਹੁੰਦਾ, ਤੇ ਉਹ ਗਾਂ ਦੇ ਖੁਰ ਦੇ ਅੰਦਰ ਜਾ ਕੇ ਉਹ ਤੀਰ ਲੱਗ ਗਿਆ। ਤੇ ਜਦੋਂ ਖੁਰ ਦੇ ਅੰਦਰ ਤੀਰ ਲੱਗਿਆ, ਉਸ ਦਿਨ ਦਾ ਗਾਂ ਦੇ ਪੈਰ ਦੇ ਅੰਦਰ ਖੁਰ ਦਾ ਨਿਸ਼ਾਨ ਹੈ। ਤੇ ਉਹ ਪਹਿਲੀ ਗਾਂ ਸੀ ਕਾਮਧੇਨ, ਉੱਤੋਂ ਜੋ ਖੂਨ ਗਿਰਿਆ, ਜੋ ਗਊ ਮਾਤਾ ਮੰਨੀ ਗਈ ਹੈ ਸਨਾਤਨ ਧਰਮ ਵਿੱਚ, ਬਹੁਤ ਪਵਿੱਤਰ ਮਾਂ ਹੈ ਗਊ, ਤੇ ਉਹ ਜਿਹੜਾ ਖੂਨ ਗਿਰਦਾ ਹੈ ਉਸ ਤੋਂ ਤੰਬਾਕੂ ਪੈਦਾ ਹੁੰਦਾ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਵੀ ਖਾਲਸਾ ਆਪਣੀ ਮਾਂ ਦਾ ਖੂਨ ਕਿਸ ਤਰ੍ਹਾਂ ਪੀ ਸਕਦਾ ਹੈ, ਵੀ ਜਿਹੜੀ ਗਾਂ ਦੇ ਖੂਨ ਚੋਂ ਨਿਕਲੀ ਜੜੀ ਬੂਟੀ ਪੈਦਾ ਹੋਈ ਹੈ, ਜੇ ਗਾਂ ਨੂੰ ਮਾਰ ਕੇ ਖੂਨ ਗਿਰਿਆ ਉਸ ਤੋਂ ਜੜੀ ਬੂਟੀ ਪੈਦਾ ਹੋਈ ਹੈ, ਉਸ ਤੋਂ ਖਾਲਸਾ ਉਹਨੂੰ ਕਿਵੇਂ ਮੂੰਹ 'ਚ ਪਾ ਸਕਦਾ ਹੈ? ਆਪਣੀ ਮਾਂ ਦਾ ਖੂਨ ਗਿਰਿਆ ਹੋਏ ਕੋਈ ਬੰਦਾ, ਉਹ ਵੀ ਕਿਸੇ ਨੇ ਜ਼ਖਮ ਦਿੱਤਾ ਹੋਏ, ਉਹ ਖੂਨ ਨੂੰ ਨਹੀਂ ਪੀ ਸਕਦਾ, ਬਲਕਿ ਉਸ ਦਾ ਬਦਲਾ ਲੈਂਦਾ ਹੈ ਵੀ ਅੱਜ ਤੋਂ ਬਾਅਦ ਅਸੀਂ ਉਹਦੇ ਨਾਲ ਨਹੀਂ ਬੋਲਾਂਗੇ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਅੰਮ੍ਰਿਤ ਦੀ ਦਾਤ ਤਿਆਰ ਕੀਤੀ ਤੇ ਮਹਾਰਾਜ ਨੇ ਇਹ ਵੀ ਰਹਿਤ ਕੀਤੀ ਕਿ ਖਾਲਸਾ ਤੰਬਾਕੂ ਨਹੀਂ ਪੀਏਗਾ।
ਹੁਣ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਉਹ ਗੱਲ ਲਿਖ ਰਹੇ ਨੇ, ਸਰਬ ਸਰੋਮਣ ਖਾਲਸਾ ਰਚਿਓ ਪੰਥ ਸੁਖਦਾਏ, ਇੱਕ ਬਿਨ ਗੰਦੇ ਧੂਮ ਤੇ, ਧੂਮ ਕਹਿੰਦੇ ਨੇ ਗੰਦਾ ਧੂਆਂ ਜੋ ਸਿਗਰਟ ਪੀ ਕੇ ਲੋਕੀ ਮਾਰਦੇ ਨੇ, ਇੱਕ ਬਿਨ ਗੰਦੇ ਧੂਮ ਤੇ ਜਗ ਮੈਂ ਅਧਿਕ ਸੁਭਾਏ। ਖਾਲਸਾ ਗੁਰੂ ਦਾ ਬੜਾ ਸ਼ੋਭਾ ਪਾ ਰਿਹਾ। ਕਿਉਂ? ਕਿਉਂਕਿ ਉਹ ਗੰਦਾ ਧੂਆਂ ਨਹੀਂ ਮਾਰਦਾ। ਗੁਰੂ का ਖਾਲਸਾ ਪਵਿੱਤਰ ਹੈ। ਗੁਰੂ का ਖਾਲਸਾ ਐਸੀ ਚੀਜ਼, ਉਹ ਬੰਦੇ ਦੇ ਕੋਲ ਵੀ ਨਹੀਂ ਜਾਂਦਾ ਜਿਹਦੇ ਕੋਲ ਐਸੀ ਚੀਜ਼ ਦੀ ਵਰਤੋਂ ਹੁੰਦੀ ਹੋਵੇ। ਅੱਜ ਵੈਸਟਰਨ ਕੰਟਰੀਜ਼ ਦੇ ਅੰਦਰ ਇਸ ਚੀਜ਼ ਦੀ ਬਹੁਤ ਵਰਤੋਂ ਹੁੰਦੀ ਹੈ, ਪਰ ਉਹ ਸਾਨੂੰ ਰਿਸਪੈਕਟ ਦਿੰਦੇ ਨੇ। ਉਹ ਸਾਡੇ ਕੋਲ ਉਹ ਲੋਕ ਖਹਿ ਕੇ ਲੰਘਦੇ ਨਹੀਂ। ਪਹਿਲੇ ਉਸ ਟ੍ਰੇਨ ਦੇ ਅੰਦਰ ਜਿੱਥੇ ਨਿਹੰਗ ਸਿੰਘ ਹੁੰਦੇ ਸੀਗੇ, ਚੜ੍ਹਦੀ ਕਲਾ ਵਾਲੇ ਮਹਾਪੁਰਸ਼ ਬੈਠੇ ਹੁੰਦੇ ਸੀ, ਲੋਕ ਆਪਣੀ ਮੁਸਲਮਾਨ ਵੀ ਬੇਟੀਆਂ ਨੂੰ ਬਿਠਾਉਂਦੇ ਸੀ ਬਈ ਕੋਈ ਸਰਦਾਰ ਜੀ ਬੈਠੇ ਨੇ, ਨਾ ਸ਼ਰਾਬ ਤੇ ਨਾ ਤੰਬਾਕੂ ਪੀਂਦੇ ਹੋਣਗੇ ਤੇ ਇਹਨਾਂ ਕੋਲ ਸਾਡੀ ਬੇਟੀ ਸੇਫ ਹੈ। ਇਹ ਪੁਰਾਤਨ ਅਸੀਂ ਆਪਣੇ ਦਾਦਾ ਜੀ ਹੋਰਾਂ ਤੋਂ ਇਹ ਗੱਲ ਸੁਣਦੇ ਆਏ ਹਾਂ, ਪਰ ਅੱਜ ਉਹ ਗੱਲ ਨਹੀਂ ਹੈ। ਕਿਉਂ? ਕਿਉਂਕਿ ਖਾਲਸਾ ਕੁਰੈਤ ਵੱਲ ਤੁਰ ਪਿਆ। ਗੁਰੂ ਨੇ ਆਪਣਾ ਪ੍ਰਤਾਪ ਖਿੱਚ ਲਿਆ। ਗੁਰੂ ਤਦ ਤੱਕ ਤੈਨੂੰ ਪ੍ਰਤਾਪ ਦੇਵੇਗਾ ਜਦ ਤੱਕ ਤੂੰ ਗੁਰੂ ਦੀ ਗੱਲ ਮੰਨੇਗਾ। ਜਿਵੇਂ ਤੂੰ ਆਪਣਾ ਜੀਵਨ ਗੁਰੂ ਤੋਂ ਉਲਟ ਕਰੇਗਾ, ਗੁਰੂ ਤੇਰੇ ਤੋਂ ਪ੍ਰਤਾਪ ਖੋਹ ਲਵੇਗਾ। ਜਦ ਤੱਕ ਤੂੰ ਰਹਿਤ ਮਰਿਆਦਾ ਦੇ ਅੰਦਰ ਰਹੇਗਾ, ਗੁਰੂ ਤੈਨੂੰ ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦੇਹੂ ਮੈਂ ਸਾਰਾ। ਤਦੋਂ ਗੁਰੂ ਆਪਣਾ ਤੇਜ ਖਿੱਚ ਲਵੇਗਾ ਜਦੋਂ ਤੂੰ ਰਹਿਤ ਛੱਡ ਦੇਗਾ। ਰਹਿਤ ਵੀ ਗੁਰੂ ਦੀ ਦਿੱਤੀ ਆ, ਉਹ ਅੱਜ ਦਾ ਵਿਸ਼ਾ ਨਹੀਂ। ਸੋ ਆਓ ਅਗਲਾ ਹੁਣ ਦੋਹਰਾ ਸਰਵਣ ਕਰੀਏ। ਸੋਰਠਾ ਸ਼੍ਰੀ ਸਤਿਗੁਰ ਕੋ ਰੂਪ। ਸ਼੍ਰੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੋ ਪਾਵਨ ਪਵਿੱਤਰ ਰੂਪ ਹੈ ਉਹ ਖਾਲਸਾ ਹੀ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਂ ਹੋ ਕਰੋ ਨਿਵਾਸ। ਕੋਈ ਬੰਦੇ ਨੇ ਭੈੜੇ ਜੇ ਕੱਪੜੇ ਪਾਏ ਹੋਣ ਤੇ ਕੋਈ ਬੰਦਾ ਸੋਹਣਾ ਨਾ ਹੋਵੇ, ਸਾਨੂੰ ਇਹ ਨਹੀਂ ਕਹਿ ਦੇਣਾ ਚਾਹੀਦਾ ਕਿ ਇਹ ਬੰਦਾ ਗੁਰਦੁਆਰੇ ਆਂਦਾ ਹੈ ਪਰ ਮੈਂ ਇਹਨੂੰ ਚੰਗਾ ਨਹੀਂ ਸਮਝਦਾ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਇੱਕ ਪਾਵਨ ਪਵਿੱਤਰ ਸ਼ਬਦ ਹੈ, ਬਸਤਾ ਟੁੱਟੀ ਝੋਂਪੜੀ। ਬੰਦਾ ਟੁੱਟੀ ਝੋਂਪੜੀ 'ਚ ਰਹਿੰਦਾ ਹੋਵੇ। ਚੀਰ ਸਭ ਛਿੰਨਾ, ਚੀਰ ਦਾ ਅਰਥ ਹੁੰਦਾ ਕੱਪੜੇ, ਕੱਪੜੇ ਵੀ ਉਹਦੇ ਫਟੇ ਹੋਣ। ਬਸਤਾ ਟੁੱਟੀ ਝੋਂਪੜੀ, ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰੋ। ਉਹ ਬੰਦੇ ਦੀ ਕੋਈ ਜਾਤ ਨਾ ਹੋਵੇ, ਨੀਵਾਂ ਹੋਵੇ, ਕੋਈ ਸੰਸਾਰ ਦੇ ਅੰਦਰ ਇੱਜ਼ਤ ਵੀ ਨਾ ਉਹਦੀ ਕਰਦਾ ਹੋਵੇ। ਜਾਤ ਨਾ ਪਾਤ ਨਾ ਆਦਰੋ, ਉਦਿਆਨ ਪਰ ਮਿੰਨਾ, ਤੇ ਜੰਗਲਾਂ 'ਚ ਫਿਰਦਾ ਹੋਵੇ, ਘਰ ਵੀ ਨਾ ਹੋਵੇ। ਬਸਤਾ ਟੁੱਟੀ ਝੋਂਪੜੀ, ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰੋ, ਉਦਿਆਨ ਪਰ ਮਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਕਹਿੰਦੇ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਜਿਹਦੇ ਹਿਰਦੇ ਦੇ ਅੰਦਰ ਵਾਹਿਗੁਰੂ ਦਾ ਸ਼ਬਦ ਚੱਲਦਾ ਹੈ, ਜਿਹੜਾ ਗੁਰਮੰਤਰ ਜਪਦਾ ਹੈ, ਜਿਹੜਾ ਵਾਹਿਗੁਰੂ 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 ਜਪਦਾ ਹੈ, ਤਿਸ ਕੀ ਧੂੜ ਮਨ ਉਦਰੇ ਪ੍ਰਭ ਹੋਏ ਸੁਪ੍ਰਸੰਨਾ। ਕਹਿੰਦੇ ਤੂੰ ਉਹਦੀ ਨਿੰਦਾ ਕਰਦਾ ਹੈ, ਉਹਦੇ ਕੱਪੜੇ ਦੇਖ ਕੇ, ਉਹਦਾ ਲਿਬਾਸ ਦੇਖ ਕੇ, ਉਹਦੀ ਜਾਤ ਦੇਖ ਕੇ। ਕਹਿੰਦੇ ਜੇ ਉਹਦੀ ਧੂੜ ਮੱਥੇ ਨੂੰ ਲਾ ਲਵੇ ਨਾ, ਤਿਸ ਕੀ ਧੂੜ ਮਨ ਉਦਰੇ ਪ੍ਰਭ ਹੋਏ ਸੁਪ੍ਰਸੰਨਾ। ਉਹਦੀ ਧੂੜ ਦੇ ਨਾਲ ਤੂੰ ਉਧਰ ਸਕਦਾ ਹੈ ਕਿਉਂਕਿ ਉਹ ਨਾਮ ਜਪਣ ਵਾਲਾ ਸਾਧੂ ਹੈ। ਤੇ ਮਹਾਰਾਜ ਕੀ ਕਹਿ ਰਹੇ ਨੇ ਕਿ ਜਿਹੜਾ ਖਾਲਸਾ ਹੈ ਉਹ ਮੇਰਾ ਹੀ ਰੂਪ ਹੈ। ਜਗਹ ਜੋਤ ਜਾਹਰ ਜਗਤ। ਕਹਿੰਦੇ ਜਾਹਰ ਜੋਤ ਜਿਹੜੀ ਆ ਉਹ ਜਗਤ ਦੇ ਅੰਦਰ ਜਗੇਗੀ ਖਾਲਸੇ ਦੀ। ਖਾਲਸੇ ਦਾ ਪ੍ਰਤਾਪ ਹੋਵੇਗਾ। ਉਹ ਮੇਰੀ ਬਾਣੀ ਪੜ੍ਹੇਗਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ, ਭਾਈ ਗੁਰਦਾਸ ਜੀ ਦੀ ਬਾਣੀ, ਭਾਈ ਨੰਦ ਲਾਲ ਜੀ ਦੀ ਬਾਣੀ। ਇਹ ਚਾਰੋਂ ਬਾਣੀਆਂ ਦਾ ਪੜਨ ਦਾ ਖਾਲਸੇ ਨੂੰ ਹੁਕਮ ਹੈ, ਕਿਉਂਕਿ ਇਹੀ ਚਾਰੇ ਬਾਣੀਆਂ ਦਾ ਕੀਰਤਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਹੁੰਦਾ ਹੈ। ਰਹਿਤਨਾਮਿਆਂ ਦੇ ਬਚਨ ਨੇ, ਦੋਹੂ ਗ੍ਰੰਥ ਕੀ ਬਾਣੀ ਜੋਈ, ਚੁਣ ਚੁਣ ਕੰਠ ਕਰੇ ਸਿੱਖ ਸੋਈ। ਕਹਿੰਦੇ ਗੁਰੂ ਦਾ ਸਿੱਖ ਹੋਈ ਹੈ ਜੇ ਦੋਨੇ ਗ੍ਰੰਥਾਂ ਦੀ ਬਾਣੀ ਚੁਣ ਚੁਣ ਕੇ ਕੰਠ ਕਰੇ ਸ਼ਬਦਾਂ ਨੂੰ, ਉਹਦਾ ਜੀਵਨ ਹੋਰ ਉੱਚਾ ਹੋਵੇਗਾ। ਪੁੰਜ ਸੁਪੰਥ ਅਨੂਪ। ਤੇ ਖਾਲਸੇ ਨੂੰ ਮਹਾਰਾਜ ਜੀ ਨੇ ਖਜ਼ਾਨਾ ਦਿੱਤਾ ਹੈ। ਇਹ ਜਿਹੜਾ ਖਜ਼ਾਨਾ ਹੈ ਨਾ, ਖਾਲਸਾ ਜਿਹੜਾ ਰਹਿਤ ਬੈਤ ਵਾਲੇ ਸਿੱਖ ਨੇ ਉਹ ਖਜ਼ਾਨਾ ਨੇ। ਜਿਵੇਂ ਵੱਡੇ ਮਹਾਪੁਰਖ ਸੰਤ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹ ਕਹਿੰਦੇ ਚਲਦੇ ਫਿਰਦੇ ਯੂਨੀਵਰਸਿਟੀ ਸੀਗੇ, ਉਹ ਖਜ਼ਾਨਾ ਨੇ। ਬਾਬਾ ਮਿੱਤ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਮਹਾਪੁਰਸ਼, ਜਿਨ੍ਹਾਂ ਨੇ ਖਾਲਸੇ ਪੰਥ ਦਾ ਬਹੁਤ ਵੱਡੇ ਗੁਰੂ ਕੇ ਵਿਦਵਾਨ ਸਿੱਖ ਤਿਆਰ ਕੀਤੇ। ਕਿਸੇ ਨੂੰ ਬਚਨ ਕਰ ਦਿੰਦੇ ਸੀ ਤੇ ਉਸ ਨੂੰ ਜੀਵਨ ਮਿਲ ਜਾਂਦਾ ਸੀ। ਸੋ ਮਹਾਰਾਜ ਕਹਿੰਦੇ ਖਾਲਸਾ ਗੁਰੂ ਦੀ ਪੂੰਜੀ ਹੈ। ਜਿਵੇਂ ਕਹਿੰਦੇ ਨਾ ਟ੍ਰੈਜਰੀ ਹੈ, ਕਹਿੰਦੇ ਉਹ ਟ੍ਰੈਜਰੀ ਕੌਣ ਹੈ? ਗੁਰੂ ਕਾ ਖਾਲਸਾ ਹੈ।
ਕਰ ਬੰਧਨ ਰਚਬੇ ਲਗਤ। ਤੇ ਕਵੀਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਅਸੀਂ ਐਸੇ ਮਹਾਨ ਖਾਲਸੇ ਨੂੰ ਬੰਦਨਾ ਕਰਦੇ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਇੱਥੇ ਤੱਕ ਕਹਿੰਦੇ ਰਹੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪਾਵਨ ਪਵਿੱਤਰ ਅੰਗ 767 ਦੇ ਉੱਤੇ ਸ੍ਰੀ ਦਸਮ ਗ੍ਰੰਥ ਦੇ ਅੰਦਰ ਬਚਨ ਆਉਂਦਾ ਹੈ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ। ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖ ਰਹੇ ਨੇ ਆਪਣੀ ਕਲਮ ਦੇ ਨਾਲ, ਕਹਿੰਦੇ ਇਹ ਖਾਲਸੇ ਦੀ ਕਿਰਪਾ ਹੈ ਕਿ ਅਸੀਂ ਸਜੇ ਹਾਂ, ਨਹੀਂ ਮੋਸੇ ਗਰੀਬ ਕਰੋੜ ਪਰੇ, ਨਹੀਂ ਤੇ ਮੇਰੇ ਵਰਗੇ ਗਰੀਬ ਕਰੋੜਾਂ ਹੀ ਪਏ ਸੀਗੇ। ਇਨਹੀ ਕੀ ਕਿਰਪਾ ਸਭ 70 ਮਰੇ, ਕਹਿੰਦੇ ਆ ਖਾਲਸੇ ਦੀ ਕਿਰਪਾ ਹੈ ਕਿ ਮੇਰੇ ਸਾਰੇ ਸ਼ਤਰੂ ਜਿਹੜੇ ਨੇ ਉਹ ਜੰਗ ਦੇ ਅੰਦਰ ਨਾਸ਼ ਹੋ ਜਾਂਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿੰਨਾ ਜੰਗ ਖਾਲਸੇ ਨੇ ਲੜਿਆ, 14 ਜੰਗਾਂ ਦੀ 14 ਜੰਗਾਂ ਫਤਿਹ ਹੋਈਆਂ, ਸੂਰਬੀਰ ਬਹਾਦਰ ਖਾਲਸੇ ਦੀ ਕਿਰਪਾ ਦੇ ਨਾਲ। ਅੱਗੇ ਮਹਾਰਾਜ ਕਹਿੰਦੇ ਅਗ ਔਗ ਟਰੇ ਇਨਹੀ ਕੇ ਪ੍ਰਸਾਦ। ਅਗ ਕਹਿੰਦੇ ਨੇ ਪਾਪ, ਔਗ ਕਹਿੰਦੇ ਨੇ ਮੁਸ਼ਕਲਾਂ। ਪਾਪ ਤੇ ਮੁਸ਼ਕਲਾਂ ਅਗ ਔਗ ਟਰੇ ਇਨਹੀ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਸੋ ਦਾਨ ਕਰੇ। ਕਹਿੰਦੇ ਮੇਰੀ ਮੁਸ਼ਕਲਾਂ ਵੀ ਘਟ ਗਈਆਂ ਇਹ ਖਾਲਸੇ ਦੀ ਕਿਰਪਾ ਦੇ ਨਾਲ। ਇਨਹੀ ਕੇ ਪ੍ਰਸਾਦ ਸੋ ਵਿਦਿਆ ਲਈ, ਖਾਲਸੇ ਦੀ ਕਿਰਪਾ ਦੇ ਨਾਲ ਹੀ ਅਸੀਂ ਵਿਦਿਆ ਪ੍ਰਾਪਤ ਕੀਤੀ ਹੈ। ਮਹਾਨ ਗ੍ਰੰਥਾਂ ਦੀ ਰਚਨਾ ਖਾਲਸੇ ਨੇ ਕੀਤੀ ਹੈ। ਕਵੀ ਸੈਨਾਪਤੀ ਜੀ ਹੋਰੀ ਨਾਲ ਲਿਖਦੇ ਸੀ ਮਹਾਰਾਜ ਜਦੋਂ ਬਾਣੀ ਉਚਾਰਦੇ ਸੀ। ਭਾਈ ਸਾਹਿਬ ਸਿੰਘ ਲਿਖਾਰੀ ਦਾ ਵੀ ਬਚਨ ਆਇਆ, ਸੋ ਰਹੋ ਵਿਚਾਰ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸੇ ਦੀ ਇੰਨੀ ਮਹਿਮਾ ਕੀਤੀ ਹੈ। ਮਹਾਰਾਜ ਨੇ ਕਿਹਾ ਸੋ ਵਿਦਿਆ ਇਨਹੀ ਕੇ ਪ੍ਰਸਾਦ ਸੋ ਵਿਦਿਆ ਲਈ, ਅਗ ਔਗ ਟਰੇ ਇਨਹੀ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਫੁਨ ਧਾਮ ਭਰੇ। ਕਹਿੰਦੇ ਸਾਡੇ ਘਰ ਦੇ ਅੰਦਰ ਜੋ ਛੈਬਰਾਂ ਲੱਗੀਆਂ ਨਾ, ਉਹ ਵੀ ਖਾਲਸੇ ਦੀ ਕਿਰਪਾ ਹੈ। ਕਿਉਂਕਿ ਤੁਹਾਡੀ ਗਿਆਤ ਲਈ ਖਾਲਸਾ ਜੀ ਇੱਕ ਗੱਲ ਅਰਜ਼ ਕਰਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਘਰ ਉਹ ਪ੍ਰਸਾਦੀ ਹਾਥੀ ਸੀਗਾ ਜੋ ਔਰੰਗਜ਼ੇਬ ਬਾਦਸ਼ਾਹ ਦੇ ਦਰਬਾਰ 'ਚ ਨਹੀਂ ਸੀਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਉਹ ਤੰਬੂ ਸੀ ਜੋ ਰਾਜੇ ਰਤਨ ਰਾਏ ਦੇ ਪੁੱਤਰ ਰਾਜੇ ਰਾਮ ਨੇ ਦਿੱਤਾ ਸੀ, ਜਿਹੜਾ ਪਹਾੜੀ ਰਾਜਿਆਂ ਦੇ ਘਰ ਵੀ ਨਹੀਂ ਸੀ। ਪਾਤਸ਼ਾਹ ਦੇ ਘਰ ਉਹ ਚੰਦਨ ਦੀ ਚੌਂਕੀ ਸੀਗੀ ਜੋ ਹੈਦਰਾਬਾਦ ਦੇ ਨਵਾਬ ਦੇ ਘਰ ਨਹੀਂ ਸੀਗੀ। ਤੇ ਮਹਾਰਾਜ ਉਹ ਗੱਲ ਕਹਿ ਰਹੇ ਕਿ ਫੁਨ ਧਾਮ ਭਰੇ, ਘਰ ਦੇ ਅੰਦਰ ਸੋਹਣੇ ਪਦਾਰਥ ਨੇ, ਉਹ ਵੀ ਮੇਰੇ ਖਾਲਸੇ ਦੀ ਵਜ੍ਹਾ ਨਾਲ ਨੇ। ਵਡਿਆਈ ਦੇ ਰਹੇ ਨੇ ਮਹਾਰਾਜ ਖਾਲਸੇ ਨੂੰ। ਤੇ ਕਵੀਰਾਜ ਭਾਈ ਸੰਤੋਖ ਸਿੰਘ ਜੀ ਉਹੀ ਬਚਨਾਂ ਨੂੰ ਦੁਹਰਾ ਰਹੇ ਨੇ। ਆਓ ਹੁਣ ਕਥਾ ਆਰੰਭ ਕਰੀਏ ਦੋਹਰੇ ਤੋਂ। ਦੋਹਰਾ ਸ੍ਰੀ ਗੁਰੂ ਨਾਨਕ ਸੋ ਮਿਲਿਓ। ਹੁਣ ਪਾਤਸ਼ਾਹ ਜਿੱਥੇ 10 ਪਾਤਸ਼ਾਹੀਆਂ ਦਾ ਮੰਗਲ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਦਾ ਮੰਗਲ ਕੀਤਾ ਹੈ, ਖਾਲਸੇ ਦਾ ਮੰਗਲ ਕੀਤਾ ਹੈ। ਕਿਉਂਕਿ ਖਾਲਸਾ ਜੀ ਸਾਡੇ, ਅੱਜ ਖਾਲਸੇ ਨੂੰ ਪੁੱਛੋ ਕਿ ਤੁਹਾਡੇ ਗੁਰੂ ਕੌਣ ਨੇ, ਅਸੀਂ ਫੱਟ ਕਹਿ ਦਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਗੁਰੂ ਨੇ। ਕੋਈ ਝੂਠ ਵਾਲੀ ਗੱਲ ਨਹੀਂ ਹੈ। ਪਰ ਜੇ ਤੁਹਾਨੂੰ ਪੁੱਛਿਆ ਜਾਏ ਕਿ ਗੁਰੂ ਗ੍ਰੰਥ ਸਾਹਿਬ ਤਨ ਦੇ ਗੁਰੂ ਨੇ ਕਿ ਮਨ ਦੇ ਗੁਰੂ ਨੇ, ਤੇ ਸਾਡਾ ਕੀ ਆਨਸਰ ਹੈ? ਅਸੀਂ ਕਹਿੰਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਗੁਰੂ ਨੇ। ਨਹੀਂ ਖਾਲਸਾ ਜੀ, ਸਾਡੇ ਤਨ ਦੇ ਗੁਰੂ 5 ਪਿਆਰੇ ਨੇ। ਚਮਕੌਰ ਦੀ ਗੜੀ ਜਦੋਂ ਮਹਾਰਾਜ ਨੇ ਛੱਡੀ ਹੈ ਤੇ ਮਹਾਰਾਜ ਨੇ ਖਾਲਸੇ ਨੂੰ ਹੁਕਮ ਲਾਇਆ ਕਿ ਖਾਲਸਾ ਜੀ ਤੁਸੀਂ 5 ਪਿਆਰਿਆਂ ਨੂੰ ਅਸੀਂ ਗੱਦੀ ਦਿੰਨੇ ਆ, ਤੇ ਸਰੀਰਕ ਰੂਪ ਵਿੱਚ ਗੱਦੀ ਉਹਨਾਂ ਨੂੰ ਮਿਲੀ ਸੀ, ਜੋਤ ਰੂਪ ਵਿੱਚ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹਜੂਰ ਸਾਹਿਬ ਤਿਲਕ ਲਾ ਕੇ ਦਿੱਤੀ ਸੀ। 5 ਪੈਸੇ ਨਰੇਲ ਰੱਖ ਕੇ ਸ੍ਰੀ ਹਜੂਰ ਸਾਹਿਬ ਦੀ ਧਰਤੀ ਦੇ ਉੱਤੇ ਹੁਕਮ ਲਾਇਆ ਸੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧਿਆਤਮਕ ਗੁਰੂ ਬਣਾਇਆ। ਹੁਣ ਸਰੀਰਕ ਰੂਪ ਵਿੱਚ ਕੋਈ ਸਮੱਸਿਆ ਆ ਜਾਵੇ, ਕੋਈ ਘਰ ਦਾ ਝਗੜਾ ਹੋ ਜਾਵੇ, ਕਿਸੇ ਨੂੰ ਗੱਲ ਪੁੱਛਣੀ ਹੋਵੇ, ਕਿਹਨੂੰ ਪੁੱਛੇ? ਤੇ 5 ਪਿਆਰਿਆਂ ਨੂੰ ਪੁੱਛੇ। ਉਹ 5 ਪਿਆਰਿਆਂ ਨੂੰ ਗੱਦੀ ਦਿੱਤੀ ਚਮਕੌਰ ਦੀ ਗੜੀ ਦੇ ਅੰਦਰ। ਸੋ ਮਹਾਰਾਜ ਜੀ ਦੇ ਮੰਗਲ ਕੀਤੇ ਨੇ। ਉਪਰੰਤ ਹੁਣ ਕਥਾ ਆਰੰਭ ਹੋ ਰਹੀ ਹੈ ਗੁਰੂ ਅੰਗਦ ਦੇਵ ਪਾਤਸ਼ਾਹ ਤੋਂ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ। ਸ੍ਰੀ ਗੁਰੂ ਨਾਨਕ ਸੋ ਮਿਲਿਓ ਬਾਲਕ ਰੂਪ ਸੁਜਾਨ। ਸਭ ਤੋਂ ਪਹਿਲੇ ਦੱਸਦੇ ਨੇ ਬਾਬਾ ਬੁੱਢਾ ਜੀ ਦੇ ਬਾਰੇ। ਬਾਬਾ ਬੁੱਢਾ ਜੀ ਉਹ ਨੇ ਜਿਨ੍ਹਾਂ ਨੂੰ ਗੁਰੂ ਘਰ ਦੇ ਅੰਦਰ ਉਹ ਮਾਨ ਵਡਿਆਈ ਮਿਲੀ ਹੈ, ਜਿਨ੍ਹਾਂ ਨੇ 5 ਪਾਤਸ਼ਾਹੀਆਂ ਨੂੰ ਆਪਣੇ ਹੱਥ ਨਾਲ ਤਿਲਕ ਲਾਇਆ। ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ, ਗੁਰੂ ਅਮਰਦਾਸ ਪਾਤਸ਼ਾਹ ਨੂੰ, ਗੁਰੂ ਰਾਮਦਾਸ ਜੀ ਨੂੰ, ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ। ਤੇ ਗੁਰੂ ਨਾਨਕ ਸਾਹਿਬ ਦੀ ਸੇਵਾ ਦੇ ਅੰਦਰ ਅਜੁੱਟ ਰਹੇ ਨੇ। ਜਦੋਂ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾਣ ਲੱਗੇ, ਬਚਨ ਕੀਤੇ 2 ਬਾਬਾ ਬੁੱਢਾ ਜੀ ਨਾਲ। ਪਹਿਲਾ ਬਚਨ ਕੀਤਾ, ਤੇਰੇ ਤੋਂ ਓਲੇ ਕਦੇ ਨਾ ਹੋਸਾਂ ਬੁੱਢਿਆ, ਵੀ ਤੁਹਾਡੇ ਤੋਂ ਕਦੀ ਓਲੇ ਨਹੀਂ ਹੋਵਾਂਗੇ, ਤੁਸੀਂ ਜਦੋਂ ਮਰਜ਼ੀ ਬੁਲਾ ਲਿਓ, ਪ੍ਰਗਟ ਹੋ ਜਾਾਂਗੇ ਤੁਹਾਡੇ ਸਾਹਮਣੇ। 10 ਪਾਤਸ਼ਾਹੀਆਂ ਦੀ ਜੋਤ ਬਾਬਾ ਬੁੱਢਾ ਜੀ ਤੋਂ ਦੂਰ ਨਹੀਂ ਨੇ, ਤੁਹਾਡੇ ਅੰਦਰ ਹੀ ਵਸਦੇ ਆ।
ਤੇ ਦੂਸਰਾ ਬਚਨ ਕੀਤਾ ਕਿ ਬਾਬਾ ਬੁੱਢਾ ਜੀ ਤੁਹਾਡੀ ਰਸਨਾ ਤੋਂ ਜੋ ਵੀ ਬਚਨ ਨਿਕਲੇਗਾ ਉਹ ਤਤਕਾਲ ਸੱਤ ਹੋ ਜਾਵੇਗਾ। ਬਹੁਤ ਉਦਾਹਰਣ ਆਣਗੇ ਅੱਗੇ ਕਥਾ ਦੇ ਅੰਦਰ, ਜੇ ਉਹ ਵਿਸ਼ਾ ਛੇੜ ਲਿਆ ਤੇ ਪ੍ਰਕਰਨ ਲੰਬਾ ਹੋ ਜਾਵੇਗਾ। ਸੋ ਉਹ ਕਵੀ ਰਾਏ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ, ਸ਼੍ਰੀ ਗੁਰੂ ਨਾਨਕ ਸੋ ਮਿਲਿਓ ਬਾਲਕ ਰੂਪ ਸੁਜਾਨ। ਸਭ ਤੋਂ ਪਹਿਲੇ ਬਾਬਾ ਬੁੱਢਾ ਜੀ 7 ਸਾਲ ਦੇ ਜਦੋਂ ਗੁਰੂ ਨਾਨਕ ਸਾਹਿਬ ਕੱਥੂ ਨੰਗਲ ਦੇ ਅੰਦਰ ਕਪੂਰਥਲੇ ਦੇ ਕੋਲ ਜਲੰਧਰ ਦੇ ਇਲਾਕੇ ਦੁਆਬੇ ਚ ਆਏ ਤੇ ਬਾਬਾ ਬੁੱਢਾ ਜੀ ਦੀ ਉਮਰ 7 ਸਾਲ ਤੇ ਉਹਨਾਂ ਨੇ ਦੇਖਿਆ ਵੀ 2 ਰਿਸ਼ੀ ਮੁਨੀ ਆ ਕੇ ਬੈਠੇ ਨੇ, ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ, ਤੇ ਉਹਨਾਂ ਨੇ ਕਿਹਾ ਮੈਂ ਕੁਝ ਲੈ ਜਾਣਾ ਛਕਣ ਨੂੰ। ਤੇ ਬਾਲਕ ਰੂਪ ਦੇ ਅੰਦਰ 7 ਸਾਲ ਦੇ ਬੱਚੇ ਸੀਗੇ ਤੇ ਦਹੀਂ ਦਾ ਕੁੱਜਾ ਚਾਟੀ ਭਰ ਕੇ ਲੈ ਕੇ ਗਏ। ਤੇ ਜਦੋਂ ਦਹੀਂ ਦਾ ਕੁੱਜਾ ਲੈ ਕੇ ਬਾਬਾ ਬੁੱਢਾ ਜੀ ਪਹੁੰਚੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੁੱਛਿਆ ਕਿ ਬੇਟਾ ਕਿਉਂ ਲਿਆਏ ਹੋ? ਕਿਹਾ ਮਹਾਪੁਰਸ਼ੋ ਮੈਂ ਆਪਣੇ ਬਜ਼ੁਰਗਾਂ ਤੋਂ ਇਹ ਸੁਣਿਆ, ਆਪਣੇ ਮਾਤਾ ਪਿਤਾ ਤੋਂ ਸੁਣਿਆ ਕਿ ਸੰਤਾਂ ਦੀ ਸੇਵਾ ਦਾ ਬਹੁਤ ਵੱਡਾ ਮਹਾਤਮ ਹੁੰਦਾ ਹੈ। ਤੇ ਗੁਰੂ ਨਾਨਕ ਸਾਹਿਬ ਨੇ ਦੂਸਰੀ ਗੱਲ ਕਹੀ, ਬੇਟਾ ਤੁਹਾਡੀ ਹੱਸਣ ਖੇਡਣ ਦੀ ਉਮਰ ਹੈ, ਜਵਾਨੀ ਦੀ ਉਮਰ ਹੈ, ਤੁਸੀਂ ਕਿਉਂ ਇਨ ਗੱਲਾਂ 'ਚ ਪੈਂਦੇ ਹੋ? ਸੇਵਾ ਵੱਲ, ਸੰਤਾਂ ਦੀ, ਖੇਡੋ ਹੱਸੋ ਖੇਡੋ, ਜਵਾਨੀਆਂ ਮਾਣੋ। ਕਿਹਾ ਮਹਾਰਾਜ ਜੰਗਲ ਦੇ ਅੰਦਰ ਲੱਕੜ ਛੋਟੀ ਹੋਵੇ, ਪਤਲਾ ਤਾਣਾ ਹੋਵੇ, ਕੋਈ ਬ੍ਰਾਂਚ ਹੋਵੇ ਟਰੀ ਦੀ, ਜਾਂ ਕੋਈ ਵੱਡਾ ਤਣਾ ਹੋਵੇ, ਦੋਨਾਂ ਨੂੰ ਜੰਗਲ ਦੇ ਅੰਦਰ ਜਦੋਂ ਅੱਗ ਲੱਗਦੀ ਆ ਤੇ ਦੋਨਾਂ ਨੇ ਸੜ ਜਾਣਾ। ਭਾਵ ਅਰਥ ਸੀਗਾ ਕਿ ਜੇ ਉਮਰ ਛੋਟੀ ਹੋਵੇ ਜਾਂ ਉਮਰ ਵੱਡੀ ਹੋਵੇ, ਮੌਤ ਨੇ ਦੋਨਾਂ ਨੂੰ ਖਤਮ ਕਰ ਦੇਣਾ। ਜਦੋਂ ਇਹ ਗੱਲ ਸੁਣੀ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਵੱਲ ਅੱਖ ਭਰ ਕੇ ਦੇਖਿਆ ਤੇ ਭਾਈ ਮਰਦਾਨਾ ਜੀ ਨੇ ਵੀ ਕਿਹਾ ਬਈ ਜਿਹੜੇ ਸਾਹਮਣੇ ਬਾਲਕ ਬੈਠਾ ਹੈ ਉਹ ਗੱਲ ਬੜੀ ਰਮਜ਼ਦੀ ਕਰਦਾ ਹੈ। ਤੇ ਮਹਾਰਾਜ ਜੀ ਨੇ ਬਚਨ ਕਹਿ ਦਿੱਤਾ ਸਹਿਜ ਸੁਭਾਏ, ਕਹਿੰਦੇ ਹੈ ਬੱਚਾ ਤੇ ਗੱਲ ਬੁੱਢਿਆਂ ਵਾਲੀ ਕਰਦਾ ਹੈ। ਉਸ ਦਿਨ ਤੋਂ ਨਾਮ ਪਿਆ ਸੀ ਬਾਬਾ ਬੁੱਢਾ ਜੀ। ਘਰ ਆਏ ਵਾਪਸ ਤੇ ਮਾਤਾ ਪਿਤਾ ਨੂੰ ਦੱਸਿਆ ਕੋਈ ਸੰਤ ਆਏ ਨੇ, ਮੈਂ ਉਹਨਾਂ ਦੀ ਸੇਵਾ ਦੇ ਅੰਦਰ ਥੋੜਾ ਚਿਰ ਰਹਿਣਾ ਚਾਹੁੰਦਾ। ਮਾਤਾ ਪਿਤਾ ਨੇ ਮਨਾ ਨਾ ਕੀਤਾ। 3-4 ਦਿਨ ਬਤੀਤ ਹੋਏ, ਮਾਤਾ ਪਿਤਾ ਨੂੰ ਫਿਕਰ ਹੋਈ ਬੱਚਾ ਘਰ ਨਹੀਂ ਆਇਆ। ਤੇ ਜਦੋਂ ਲੈਣ ਗਏ ਦੇਖਿਆ 7 ਸਾਲ ਦਾ ਬੱਚਾ ਤੇ ਦਾੜੀ ਆਈ ਹੋਈ ਚਿੱਟੇ ਰੰਗ ਦੀ ਤੇ ਸਰੀਰ ਤੇ ਥੋੜੀ ਥੋੜੀ ਝੁਰੀਆਂ ਪਈਆਂ ਹੋਈਆਂ। ਮਾਤਾ ਪਿਤਾ ਦੇਖ ਕੇ ਹੈਰਾਨ ਹੋਏ ਤੇ ਪੁੱਛਿਆ ਮਹਾਪੁਰਸ਼ੋ ਇਹ ਬੱਚਾ ਬੁੱਢਿਆਂ ਵਰਗਾ ਕਿਉਂ ਦਿਸਦਾ ਹੈ? ਕਹਿੰਦੇ ਇਹ ਬੁੱਢਿਆਂ ਵਰਗਾ ਦਿਸਦਾ ਨਹੀਂ, ਇਹ ਗੁਰੂ ਪੰਥ ਦਾ ਹੈ ਹੀ ਬੁੱਢਾ। ਉਸ ਦਿਨ ਤੋਂ ਨਾਮ ਪੈ ਗਿਆ ਬਾਬਾ ਬੁੱਢਾ ਜੀ। ਤੇ ਘਰ ਵਾਪਸ ਨਹੀਂ ਗਏ। ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਗੁਰੂ ਦੀ ਸੇਵਾ ਦੇ ਅੰਦਰ ਤਤਕਾਲ ਇੱਕ ਲੱਤ ਤੇ ਖੜੇ ਹੋ ਕੇ ਸੇਵਾ ਕੀਤੀ 6 ਪਾਤਸ਼ਾਹੀਆਂ ਦੀ। ਕਦੇ ਮਨ 'ਚ ਹੰਕਾਰ ਨਹੀਂ ਰੱਖਿਆ। ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਵੀ ਬਾਬਾ ਬੁੱਢਾ ਜੀ ਦੇ ਬਚਨ ਨਾਲ ਹੋਇਆ ਸੀ। ਪਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੂੰ ਮਿਲਣ ਜਾਂਦੇ ਸੀ ਬੀੜ ਬਾਬੇ ਬੁੱਢੇ ਕੀ ਵਿਖੇ, ਤੇ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਚਰਨਾਂ ਨੂੰ ਮੱਥਾ ਟੇਕਦੇ ਸੀਗੇ ਵੀ ਇਹਨਾਂ ਦੇ ਬਚਨ ਨਾਲ ਸਾਡਾ ਜਨਮ ਹੋਇਆ ਹੈ। ਤੇ ਸ਼ਸਤਰ ਗੁਰੂ ਵੀ ਤੇ ਸ਼ਾਸਤਰ ਗੁਰੂ ਵੀ ਬਾਬਾ ਬੁੱਢਾ ਜੀ ਸੀਗੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ। ਤੇ ਉਪਰੰਤ ਬਾਬਾ ਬੁੱਢਾ ਜੀ ਤਾਂ ਮੱਥਾ ਟੇਕਦੇ ਸੀ ਵੀ ਇਹ 6ਵੀਂ ਜੋਤ ਨੇ ਗੁਰੂ ਨਾਨਕ ਦੀ। ਤੇ ਉਹ ਫੋਟੋ ਵੀ ਨੈਟ ਤੇ ਬੜੀ ਸੋਹਣੀ ਕਿਸੇ ਚਿੱਤਰਕਾਰ ਨੇ ਬਣਾਈ ਹੈ ਵੀ ਜਿਹਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਵੱਲ ਥੱਲੇ ਹੋ ਰਹੇ ਨੇ ਤੇ ਬਾਬਾ ਬੁੱਢਾ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਮੱਥਾ ਟੇਕ ਰਹੇ ਨੇ। ਤੇ ਉਹ ਗੁਰੂ ਨਾਨਕ ਸਾਹਿਬ ਦਾ ਹੀ ਤਤਕਾਲ ਜੋ ਬੜੇ ਵੱਡੇ ਸੇਵਕ ਹੋਏ ਨੇ ਉਹਨਾਂ ਦੀ ਕਥਾ ਸ਼ੁਰੂ ਹੋਈ ਹੈ। ਸ਼੍ਰੀ ਗੁਰੂ ਨਾਨਕ ਸੋ ਮਿਲਿਓ ਬਾਲਕ ਰੂਪ ਸੁਜਾਨ। ਇੱਥੇ ਸੁਜਾਨ ਦੇ ਅਰਥ ਉਹ ਹੋਏ ਨੇ ਜਿਹੜੇ ਉਹਨਾਂ ਨੇ ਬਚਨ ਕਹੇ ਸੀ ਜੰਗਲ ਦੀ ਜਿਹੜੀ ਲੱਕੜ ਹੈ ਉਸਨੇ ਵੀ ਸੜ ਜਾਣਾ ਤੇ ਵੱਡੇ ਤਣੇ ਨੇ ਵੀ ਸੜ ਜਾਣਾ। ਛੋਟੀ ਉਮਰ ਦੇ ਬੱਚੇ ਨੇ ਵੀ ਚੜ੍ਹਾਈ ਕਰ ਜਾਣੀ ਹੈ ਤੇ ਵੱਡੀ ਉਮਰ ਦੇ ਬੱਚੇ ਨੇ ਵੀ, ਵੱਡੀ ਉਮਰ ਦੇ ਬੰਦੇ ਨੇ ਵੀ ਚੜ੍ਹਾਈ ਕਰ ਜਾਣੀ ਹੈ। ਤਾਂ ਉਹਨਾਂ ਨੂੰ ਗੁਰੂ ਪੰਥ ਦੇ ਅੰਦਰ ਸੁਜਾਨ ਕਿਹਾ ਜਾਂਦਾ ਹੈ। ਕਿਰਪਾ ਪਾਏ ਤਤਕਾਲ ਹੀ। ਕਿਰਪਾ ਉਹਨਾਂ ਨੂੰ ਤਤਕਾਲ ਹੀ ਹੋ ਗਈ। ਸਾਧੂ ਨੇ ਬਚਨ ਕੀਤੇ, ਇੱਕ ਸਾਧ ਬਚਨ ਅਟਲਾਦਾ। ਜੇ ਕੋਈ ਸਾਧੂ ਬਚਨ ਕਰ ਦਵੇ ਤੇ ਉਹ ਟਲਿਆ ਨਹੀਂ ਜਾ ਸਕਦਾ। ਜਿਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਸਰਬਲੋਹ ਦੇ ਭਾਂਡੇ ਮਾਂਜ ਰਹੇ ਸੀਗੇ, ਜਿਸ ਤਰ੍ਹਾਂ ਇਹ ਸਰਬਲੋਹ ਦਾ ਸਿਮਰਨਾ ਹੈ ਨਾ, ਸਰਬਲੋਹ ਹੁੰਦਾ ਜਿਸ ਦੇ ਅੰਦਰ 99.9% ਫੈਰਸ ਹੁੰਦਾ, ਆਇਰਨ ਹੁੰਦਾ ਤੇ ਉਹਨੂੰ ਸਰਬਲੋਹ ਕਹਿੰਦੇ ਆ ਆਪਾਂ। ਤੇ ਬਾਬਾ ਬੁੱਢਾ ਜੀ ਸਰਬਲੋਹ ਦੇ ਭਾਂਡੇ ਮਾਂਜ ਰਹੇ ਸੀ, ਤੱਤੀ ਧੁੱਪ ਪੈ ਰਹੀ ਸੀ ਉੱਪਰੋਂ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਿੱਛੋਂ ਆਏ, ਕਿਹਾ ਦੀਪ ਸਿੰਘ ਕੀ ਮਾਂਜਦੇ ਹੋ? ਬਾਟਾ ਤਾਂ ਬਿਲਕੁਲ ਸਾਫ਼ ਹੋ ਗਿਆ, ਕੀ ਦਿਸਦਾ ਇਹਦੇ ਵਿੱਚ?
ਕਹਿੰਦੇ ਬਾਬਾ ਜੀ ਅਜੇ ਇਸ ਦੇ ਅੰਦਰ ਆਪਣਾ ਸਰੂਪ ਦਿਸਦਾ ਹੈ। ਜਿਸ ਦਿਨ ਤੁਹਾਡੇ ਦਰਸ਼ਨ ਹੋ ਜਾਣਗੇ ਬਾਟੇ 'ਚ, ਉਸ ਦਿਨ ਬਾਟਾ ਸਾਫ਼ ਹੋਵੇਗਾ। ਆਖਣਾ ਕਰੋ ਸਤਨਾਮ। ਵਾਹਿਗੁਰੂ। ਸ੍ਰੀ ਬਾਬਾ ਦੀਪ ਸਿੰਘ ਜੀ ਨੂੰ ਇਹ ਬਚਨ ਹੋਏ ਤੇ ਇੱਕ ਦਿਨ ਬਾਬਾ ਦੀਪ ਸਿੰਘ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਲਿਖ ਰਹੇ ਸੀ, ਬਚਨ ਆ ਗਿਆ, ਗगन दमामा बाजियो परयो निशाने काओ, खेत जो मांडियो सूरमा अब जूझण को दाओ, जो तो प्रेम खेलन का चाओ, सिर धर तली गली मेरी आओ। ਤੇ ਬਾਬਾ ਦੀਪ ਸਿੰਘ ਜੀ ਨੇ ਲਿਖਾਰੀ ਸੀਗੇ ਗੁਰੂ ਗ੍ਰੰਥ ਸਾਹਿਬ ਦੇ ਦਮਦਮਾ ਸਾਹਿਬ। 9 ਮਹੀਨੇ 9 ਦਿਨ ਨੇ 9 ਘੜੀਆਂ ਲਾ ਕੇ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਨੇ ਬੀੜ ਲਿਖਾਈ। ਉਹ ਬੀੜ ਬਾਬਾ ਦੀਪ ਸਿੰਘ ਜੀ ਨੇ ਲਿਖੀ, 4 ਉਤਾਰੇ, ਚਾਰੋਂ ਤਖਤਾਂ ਤੇ ਭੇਜੇ। ਤੇ ਇੱਕ ਜਿਹੜਾ ਉਤਾਰਾ ਸੀਗਾ ਜਦੋਂ ਆਖਰੀ ਕਰ ਰਹੇ ਸੀ, ਤਦ ਬਾਬਾ ਦੀਪ ਸਿੰਘ ਜੀ ਨੇ ਇਹ ਕੁਐਸਚਨ ਪੁੱਛਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਕਿਹਾ ਮਹਾਰਾਜ ਬਈ ਤੁਸੀਂ ਕਹਿੰਦੇ ਹੋ ਸਾਰੀ ਗੁਰਬਾਣੀ ਪ੍ਰੈਕਟੀਕਲ ਹੈ, ਵੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਉਹ ਬਿਲਕੁਲ ਸੱਚ ਹੈ, ਉਹੀ ਜੀਵਨ ਦੇ ਅੰਦਰ ਹੁੰਦਾ ਹੈ, ਉਹ ਸੱਚ ਹੈ, ਟਰੂ ਹੈ, ਉਹ ਕੋਈ ਮਨ ਘੜਤ ਗੱਲ ਮਿਥਿਆਸ ਨਹੀਂ ਹੈ, ਸੱਚ ਹੈ। ਤੇ ਮਹਾਰਾਜ ਇਹ ਗੱਲ ਜਿਹੜੀ ਲਿਖੀ ਹੈ, ਸਿਰ ਧਰ ਤਲੀ ਗਲੀ ਮੇਰੀ ਆਓ, ਇਹ ਕਿੱਦਾਂ ਹੈ? ਸਮਝ ਨਹੀਂ ਆਈ, ਗੱਲ ਸਮਝਾਓ। ਕਲਗੀਧਰ ਪਾਤਸ਼ਾਹ ਖੁਸ਼ੀ ਚਾਹੇ ਕਿਹਾ ਦੀਪ ਸਿੰਘ ਇਹ ਬਚਨ ਤੇਰੇ ਤੋਂ ਹੀ ਸੱਤ ਕਰਕੇ ਦਿਖਾਵਾਂਗੇ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਦੋਂ ਜਹਾਨ ਖਾਨ ਦਾ ਗਾਟਾ ਲਾਇਆ ਬਾਬਾ ਦੀਪ ਸਿੰਘ ਜੀ ਨੇ, ਤੇ ਉਹਨਾਂ ਦਾ ਗਾਟਾ ਪਹਿਲਾਂ ਜਹਾਨ ਖਾਨ ਨੇ ਲਾਤਾ। ਤੇ ਜਦੋਂ ਉਹਨਾਂ ਦਾ ਗਾਟਾ ਉਤਰਿਆ ਤੇ ਸਿੰਘ ਸਾਹਿਬ ਜਥੇਦਾਰ 5 ਸਿੰਘ ਤਿਆਰ ਆਏ ਸੀ। ਕਿਹਾ ਬਾਬਾ ਦੀਪ ਸਿੰਘ ਜੀ ਆਪ ਜੀ ਨੇ ਬਚਨ ਕੀਤਾ ਸੀ ਗੁਰੂ ਰਾਮਦਾਸ ਜੀ ਦੀ ਪਰਿਕਰਮਾ 'ਚ ਸੀਸ ਦਓਗੇ, ਤੇ ਸੀਸ ਪਹਿਲਾਂ ਕਿਉਂ ਟਾਲਾ ਸਾਹਿਬ ਲਵਾ ਦਿੱਤਾ? ਬਾਬਾ ਦੀਪ ਸਿੰਘ ਜੀ ਨੇ ਖੱਬੀ ਤਲੀ ਤੇ ਸੀਸ ਰੱਖਿਆ ਤੇ ਸੱਜੀ ਤਲੀ ਤੇ ਖੰਡਾ 18 ਸੇਰ ਦਾ ਚੁੱਕ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਚੇਤੇ ਕੀਤੇ ਤੇ ਉਹੀ ਬਚਨ ਰਸਨਾ ਤੋਂ ਉਚਾਰੇ, ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਤੇ ਖੱਬੀ ਤਲੀ ਤੇ ਸੀਸ ਰੱਖ ਕੇ ਸੱਜੇ ਹੱਥ ਦੇ ਅੰਦਰ ਖੰਡਾ ਫੜ ਕੇ ਜਹਾਨ ਖਾਨ ਦਾ ਸੀਸ ਪਠਾਨ 7 ਫੁੱਟੇ ਦਾ ਲਾ ਕੇ ਆਪਣਾ ਸੀਸ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਭੇਟਾ ਕੀਤਾ ਸ੍ਰੀ ਅੰਮ੍ਰਿਤਸਰ ਸਾਹਿਬ। ਸੋ ਉਹ ਬਚਨ ਮਹਾਰਾਜ ਦੱਸ ਰਹੇ ਨੇ ਬਈ ਗੁਰੂ ਸਾਹਿਬ ਮਹਾਰਾਜ ਜਿਸ ਤੇ ਕਿਰਪਾ ਕਰਦੇ ਨੇ ਤਤਕਾਲ ਹੀ ਪ੍ਰਾਪਤ ਭਾ ਬ੍ਰਹਮ ਗਿਆਨ। ਤੇ ਜਿਸ ਤਰ੍ਹਾਂ ਬਾਬਾ ਬੁੱਢਾ ਜੀ ਨੂੰ ਤਤਕਾਲ ਹੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਸੀਗੀ ਇੱਕ ਬਚਨ ਦੇ ਨਾਲ ਹੀ ਵੀ ਤੁਸੀਂ ਬੁੱਢਾ ਸਾਹਿਬ ਹੋ, ਉਸੇ ਤਰ੍ਹਾਂ ਗੁਰੂ ਪੰਥ ਦੇ ਅੰਦਰ ਗੁਰੂ ਨਾਨਕ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਤੇ 10 ਪਾਤਸ਼ਾਹੀਆਂ ਨੇ ਬੇਅੰਤ ਸਿੱਖਾਂ ਨੂੰ ਬ੍ਰਹਮ ਗਿਆਨ ਦਿੱਤਾ ਹੈ। ਚੌਪਈ ਜਿਸ ਕੀ ਬਾਤਾਂ ਸੁਣ ਬੁੱਧਵਾਰੀ, ਜਿਨ੍ਹਾਂ ਦੀ ਗੱਲਾਂ ਬਹੁਤ ਸਿਆਣੀਆਂ ਸੀ, ਬਾਬਾ ਬੁੱਢਾ ਜੀ ਦੀਆਂ ਬੁੱਧੀਵਾਨ ਸੀਗੀਆਂ। ਸ੍ਰੀ ਜਗ ਗੁਰ ਇਮ ਗਿਰਾ ਉਚਾਰੀ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਤਰ੍ਹਾਂ ਬਚਨ ਕੀਤੇ ਸੀ। ਬਾਲਕ ਤੇਰੀ ਬੈਸ ਦਿਸਾਵਤ, ਕਹਿੰਦੇ ਦਿਸਦਾ ਤਾਂ ਤੂੰ ਬਾਲਕਾਂ ਵਰਗਾ ਹੈ, ਬੁੱਢੇ ਸਮਮੁਖ ਵਾਕ ਅਲਾਵਤ। ਪਰ ਤੂੰ ਜਿਹੜੀ ਗੱਲ ਕਹੀ ਹੈ ਬਈ ਬੰਦਾ ਜਿਹੜਾ ਹੈ ਚਾਹੇ ਬੱਚਾ ਹੈ ਚਾਹੇ ਵੱਡਾ ਹੈ ਉਹ ਸਭ ਨੇ ਨਾਸ਼ ਹੋ ਜਾਣਾ ਹੈ, ਤੇ ਉਹ ਗੱਲ ਤੇਰੀ ਬੱਚਿਆਂ ਵਾਲੀ ਨਹੀਂ ਬੁੱਢਿਆਂ ਵਾਲੀ ਹੈ, ਸਿਆਣਿਆਂ ਵਾਲੀ ਹੈ। ਇਤਨੇ ਮਹਿ ਤਿਸ ਕੇ ਪਿਤ ਮਾਤਾ, ਇੰਨੀ ਦੇਰ ਨੂੰ ਮਾਤਾ ਤੇ ਪਿਤਾ ਬਾਬਾ ਬੁੱਢਾ ਜੀ ਦੇ ਆ ਗਏ। ਆਏ ਗਏ ਖੋਜਤ ਨਿਜ ਤਾਤਾ, ਆਪਣੇ ਤਾਤ ਦਾ ਅਰਥ ਹੁੰਦਾ ਪੁੱਤਰ ਨੂੰ ਖੋਜਦੇ ਨੇ। ਗੁਰੂ ਨਾਨਕ ਸਾਹਿਬ ਜਿੱਥੇ ਰਹਿੰਦੇ ਸੀਗੇ ਜੰਗਲ ਦੇ ਅੰਦਰ ਆਪਣੇ ਪੁੱਤਰ ਨੂੰ ਲੱਭ ਰਹੇ ਨੇ। ਕਹਿਤ ਪਏ ਹਮਰੋ ਸੁਤ ਆਵਾ, ਕਹਿੰਦੇ ਸਾਡਾ ਪੁੱਤਰ ਕਿੱਥੇ ਹੈ? ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪੁੱਛਦੇ ਨੇ। ਤਿਸ ਦੇਖਣ ਕੋ ਮਨ ਲਲਚਾਵਾ, ਉਸ ਨੂੰ ਦੇਖਣ ਦੇ ਲਈ ਸਾਡੀ ਇੱਛਾ ਹੋ ਰਹੀ ਹੈ। 3-4 ਦਿਨ ਤੋਂ ਪੁੱਤਰ ਘਰ ਨਹੀਂ ਆਇਆ, ਸੇਵਾ 'ਚ ਤੁਹਾਡੀ ਜੁਟਿਆ ਹੈ। ਸਿੱਖਣ ਕਹਿਓ ਸੋ ਅੰਤਰ ਬੈਸਾ, ਸਿੱਖਾਂ ਨੇ ਕਿਹਾ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਅੰਦਰ ਵਾਰਤਾਲਾਪ ਕਰ ਰਿਹਾ ਹੈ, ਗਿਆਨ ਗੋਸ਼ਟੀ ਕਰ ਰਿਹਾ ਹੈ। ਜਾਏ ਨਿਹਾਰਿਓ ਅਤਿ ਬ੍ਰਿਧ ਜੈਸਾ, ਤੇ ਜਦੋਂ ਮਾਤਾ ਪਿਤਾ ਨੇ ਜਾ ਕੇ ਦੇਖਿਆ 7 ਸਾਲ ਦੇ ਬੱਚੇ ਦੇ ਚਿੱਟੇ ਕੇਸ ਹੋਏ ਹੋਏ, ਮੂੰਹ ਤੇ ਝੁਰੀਆਂ ਆਈਆਂ ਹੋਈਆਂ, ਤੇ ਦੇਖ ਕੇ ਬਹੁਤ ਹੈਰਾਨ ਹੋਏ ਮਾਤਾ ਪਿਤਾ। ਬਿਸਮ ਰਹਿਓ ਕਛ ਕਹਿਓ ਨਾ ਜਾਈ, ਬਿਸਮਾਦ ਹੋ ਗਏ। ਕਹਿੰਦੇ 3 ਦਿਨ ਪਹਿਲਾਂ ਤਾਂ ਸਾਡੇ ਕੋਲ ਬਾਲਕ ਰੂਪ ਸੀਗਾ, ਅੱਜ ਬਿਰਧ ਹੋ ਗਿਆ। ਬੜੀ ਖੇਡ ਵਰਤਾਈ ਗੁਰੂ ਨਾਨਕ ਸਾਹਿਬ ਨੇ। ਚਾਹਤ ਲੈ ਜਾਇਓ ਸੰਗ ਨਾ ਜਾਈ, ਕਹਿੰਦੇ ਹੁਣ ਇਹਨੂੰ ਇੱਥੇ ਹੀ ਰਹਿਣ ਦਈਏ। ਹੁਣ ਲੈ ਕੇ ਤਾਂ ਅਸੀਂ ਨਾਲ ਲੈ ਕੇ ਜਾਣ ਆਏ ਸੀਗੇ, ਪਰ ਹੁਣ ਇਹ ਸਾਡੇ ਜੋਗਾ ਨਹੀਂ ਰਿਹਾ, ਇਹ ਗੁਰੂ ਜੋਗਾ ਬਣ ਗਿਆ ਹੈ। ਪੁਨ ਦੰਪਤ ਨੇ ਏਵ ਵਿਚਾਰਾ, ਇਸ ਤਰ੍ਹਾਂ ਉਸ ਦੰਪਤੀ ਨੇ ਬਾਬਾ ਬੁੱਢਾ ਜੀ ਦੇ ਮਾਤਾ ਪਿਤਾ ਜੀ ਨੇ ਵਿਚਾਰ ਕੀਤੀ। ਜਰਾ ਗ੍ਰਸਿਓ ਤਨ ਜਿਹ ਸੁਕੁਮਾਰਾ, ਕਹਿੰਦੇ ਜ਼ਰਾ ਗ੍ਰਸੀ ਗਈ ਹੈ। ਜ਼ਰਾ ਹੁੰਦੇ ਨੇ ਬੁਢੇਪਾ ਆ ਗਿਆ ਸਰੀਰ ਤੇ।
अब क्या कारज आए हमारे। ਹੁਣ ਇਹ ਸਾਡੇ ਕੀ ਕੰਮ ਆਵੇਗਾ? ਬੁੱਢੇ ਬੱਚੇ ਦਾ ਮਾਤਾ ਪਿਤਾ ਨੇ ਕੀ ਕਰਨਾ ਹੈ? ਬੱਚਾ ਜਵਾਨ ਹੁੰਦਾ ਹੈ, ਮਾਤਾ ਪਿਤਾ ਨੂੰ ਆਸ ਹੁੰਦੀ ਹੈ ਸੇਵਾ ਕਰੇਗਾ। ਕਹਿੰਦੇ ਹੁਣ ਤੂੰ ਸੰਤਾਂ ਮਹਾਪੁਰਸ਼ਾਂ ਕੋਲ ਹੀ ਰਹਿ ਜਾ। ਸਰਬ ਰੀਤ ਤੇ ਸਿਥਲਿਓ ਭਾਰੇ। ਇਸ ਪ੍ਰਕਾਰ ਸਾਰੀ ਰੀਤ ਦੇ ਨਾਲ ਉਹਨਾਂ ਨੂੰ ਹੀ ਸੌਂਪ ਦਿੱਤਾ ਗੁਰੂ ਨਾਨਕ ਸਾਹਿਬ ਨੂੰ, ਬਾਬਾ ਬੁੱਢਾ ਜੀ ਨੂੰ। ਕਹਿ ਬਹੁ ਰਹੇ ਨਾ ਚਾਲੇ ਸੰਗ। ਇਸ ਪ੍ਰਕਾਰ ਬਾਬਾ ਬੁੱਢਾ ਜੀ ਨਾਲ ਨਹੀਂ ਚੱਲੇ ਤੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਕੋਲ ਸੇਵਾ 'ਚ ਹੀ ਰਹਿ ਗਏ। ਇੱਥੇ ਤੱਕ ਬਚਨ ਪ੍ਰਵਾਨ ਕਰਨੇ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ, ਨਾਨਕ ਚਾਹੇ ਹੋ, ਨਾਨਕ ਚਾਹੇ ਹੋ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਨਾ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ ਮੋਹਿ ਮਇਆ ਧਾਰ, ਅੰਧਕੂਪ ਮਹਾ ਭਿਆਨ। ਨਾਨਕ ਪਾਰਿ ਉਤਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਫਾਹੀ ਕਾਟੇ ਮਿਟੇ ਗਵਨ ਫਤਿਹ ਪਈ ਮਨ ਜੀਤ, ਨਾਨਕ ਗੁਰ ਤੇ ਥਿਤ ਪਾਈ ਫਿਰ ਨ ਮਿਟੇ ਨਿਤ ਨੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ ਜੀ, ਅੱਛਾ ਜੀ। ਮੈਂ ਕਿਹਾ ਬਾਬਾ ਜੀ ਦੀ ਸੁਣਨਾ ਸੀ 10 ਮਿੰਟ ਰੁਕ ਕੇ ਚਲੇ। 7 ਵਜੇ